ਬਿਲਾਵਲ ਮਹਲਾ ਪੰਜਵਾ। ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਬਨ ਫੀਕਾ ਤਿਆਗਰੀ ਸਖੀਏ, ਜਗਿਆਸੂ ਰੂਪ ਸਹੇਲੀਏ, ਵਿਸ਼ਿਆਂ ਦੇ ਪਾਣੀ ਭਾਵ ਰਸ ਨੂੰ ਫਿੱਕਾ ਜਾਣ ਕੇ ਛੱਡਣਾ ਕਰ। ਇਸੇ ਪ੍ਰਕਾਰ ਬਨ ਫੀਕਾ ਤਿਆਗਰੀ ਸਖੀਏ, ਸਹੇਲੀਏ ਜਗਿਆਸੂ ਰੂਪ ਇਹ ਜੋ ਵਿਸ਼ੇ ਨੇ ਇਹ ਬੀਆਬਾਨ ਜੰਗਲ ਦੀ ਤਰ੍ਹਾਂ ਰੋਗ ਰੂਪੀ ਜ਼ਹਿਰ ਵਾਲੇ ਦਰਖਤਾਂ ਨਾਲ ਭਰੇ ਪਏ ਨੇ। ਇਹਨਾਂ ਨੂੰ ਫੈਂਕ ਦੇਣ ਵਾਲੇ ਜਾਣ ਕੇ ਤਿਆਗਣਾ ਕਰ। ਨਾਮ ਮਹਾਰਸ ਪੀਓ, ਅਤੇ ਵੱਡੇ ਬ੍ਰਹਮਾਨੰਦ ਰੂਪ ਰਸ ਨੂੰ ਦੇਣ ਵਾਲੇ ਨਾਮ ਅੰਮ੍ਰਿਤ ਨੂੰ ਪੀਣਾ ਕਰ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਇਹ ਨਾਮ ਦੇ ਆਨੰਦ ਨੂੰ ਚਖਣ ਭਾਵ ਧਾਰਨ ਕੀਤੇ ਤੋਂ ਬਿਨਾਂ ਸਾਰੀ ਦੁਨੀਆ ਨਰਕਾਂ ਦੇ ਵਿੱਚ ਡੁੱਬ ਗਈ ਹੈ। ਸੁਖੀ ਨਾ ਹੋਵਤ ਜੀਓ, ਅਤੇ ਕੋਈ ਵੀ ਜੀਵ ਕਿਸੇ ਦਾ ਹਿਰਦਾ ਸੁਖ ਦੇ ਸਹਿਤ ਨਹੀਂ ਹੁੰਦਾ ਹੈ। ਨਾ ਮਾਨ ਮਹਤ ਨਾ ਸਾਗਤ ਹੀ ਕਾਈ, ਨਾਮ ਤੋਂ ਬਿਨਾਂ ਨਾ ਕੋਈ ਸਾਧਨਾ ਦਾ ਮਾਣ, ਬ੍ਰਹਮ ਗਿਆਨ ਰੂਪੀ ਵੱਡਾ ਮੁਰਾਤਬਾ, ਤੇ ਨਾ ਹੀ ਕੋਈ ਰਿਧੀਆਂ ਸਿੱਧੀਆਂ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਸਾਦਾ ਦਾਸੀ ਥੀਓ, ਸੋ ਮਾਣ ਕਰਕੇ ਵੱਡੇ ਮੁਰਾਤਬੇ ਕਰਕੇ ਤੇ ਕਿਸੇ ਸ਼ਕਤੀ ਕਰਕੇ ਕੋਈ ਸੁੱਖ ਪ੍ਰਾਪਤ ਨਹੀਂ ਹੁੰਦਾ। ਇਸ ਲਈ ਮਹਾਤਮਾ ਜਨਾਂ ਦੀ ਦਾਸੀ ਹੋਣਾ ਕਰ। ਨਾਨਕ ਸੇਦਾਰ ਸੋਭਾਵੰਤੇ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਪੁਰਖ ਹੀ ਸਾਧ ਸੰਗਤ ਸੱਚਖੰਡ ਰੂਪ ਦੁਆਰੇ ਤੇ ਸ਼ੋਭਾ ਵਾਲੇ ਹੋਏ ਹਨ। ਜੋ ਪ੍ਰਭ ਆਪਣਾ ਕੀਓ, ਜਿਹੜੇ ਪਰਮੇਸ਼ਰ ਨੇ ਆਪ ਦੇ ਸੇਵਕ ਬਣਾਉਣਾ ਕੀਤੇ ਹਨ। ਹਰ ਚੰਦੌਰੀ ਚਤ ਭ੍ਰਮ ਸਖੀਏ, ਇਹ ਜਗਿਆਸੂ ਰੂਪ ਸਹੇਲੀਏ, ਜਿਵੇਂ ਗੰਧਰਵਾ ਨਗਰੀ ਦੇ ਪਦਾਰਥ ਚਿੱਤ ਵਿੱਚ ਭਰਮ ਅਤੇ ਮ੍ਰਿਗ ਤ੍ਰਿਸਨਾ ਦ੍ਰਮ ਛਾਇਆ। ਇੱਕ ਦੱਦਾ ਅੱਖਰ ਹੈ, ਦੱਦੇ ਦੇ ਪੈਰ 'ਚ ਅੱਧਾ ਰਾਰਾ ਅੱਖਰ ਹੈ, ਉਹਦੇ ਥੱਲੇ ਔਂਕੜ ਵੀ ਹੈ। ਇਸ ਲਈ ਪਾਠ ਬਣਿਆ ਦਰੋਮ ਛਾਇਆ। ਬਿਰਖ ਦੀ ਛਾਂ ਅਚਲ ਨਹੀਂ ਹੈ, ਅਣਹੋਏ ਹੀ ਪ੍ਰਤੀਤ ਹੁੰਦੇ ਹਨ। ਰਾਜੇ ਹਰੀ ਚੰਦ ਦੀ ਨਗਰੀ, ਜਿਹਨੂੰ ਹਰ ਚੰਦੋਰੀ ਕਹਿੰਦੇ ਨੇ, ਇੱਕ ਸਪੋਜ਼ ਟੂ ਜਿਵੇਂ ਕਈ ਦਾ ਮੰਨ ਲਓ ਮੰਨੀ ਹੋਈ ਹੈ, ਯਾਨੀ ਇੱਕ ਭੁਲੇਖੇ ਦੀ ਨਗਰੀ ਹੈ ਜੋ ਆਕਾਸ਼ ਵਿੱਚ ਦਿਖਦੀ ਤਾਂ ਹੈ ਪਰ ਅਸਲ ਦੇ ਵਿੱਚ ਹੁੰਦੀ ਨਹੀਂ ਹੈ। ਇੱਕ ਪੁਰਾਣਿਕ ਕਥਾ ਦੇ ਅਨੁਸਾਰ ਕਹਿੰਦੇ ਜਦੋਂ ਰਾਜੇ ਹਰੀ ਚੰਦ ਨੂੰ ਸਵਰਗ ਦੀ ਪ੍ਰਾਪਤੀ ਹੋਈ ਤਾਂ ਇਹਨੇ ਕਿਹਾ ਕਿ ਮਹਾਰਾਜ ਮੇਰੀ ਸਾਰੀ ਪੁਰੀ ਨੂੰ ਸਵਰਗ ਨੂੰ ਲੈ ਚੱਲੋ। ਤਾਂ ਮਹਾਰਾਜ ਨੇ ਸਾਰੀ ਪੁਰੀ ਬਿਵਾਨ 'ਤੇ ਚੜ੍ਹਾ ਲਈ। ਜਦ ਆਕਾਸ਼ ਵਿੱਚ ਬਿਵਾਨ ਜਾ ਰਿਹਾ ਸੀ ਤਾਂ ਵਿੱਚੋਂ ਗਧਾ ਹਿਣਕ ਪਿਆ।
ਉਹ ਗਧੇ ਹਿੰਗਣ ਦੀ ਹਰੀ ਚੰਦ ਰਾਜੇ ਨੂੰ ਜਦ ਆਵਾਜ਼ ਆਈ, ਉਹਦੇ ਮਨ ਦੇ ਵਿੱਚ ਮਾਣ ਹੋ ਗਿਆ ਤੇ ਆਪ ਦੀ ਆਪ ਨੂੰ ਕਹਿਣ ਲੱਗਾ, ਵੇਖ ਹਰੀ ਚੰਦਾ, ਤੇਰੇ ਨਗਰ ਦੇ ਤਾਂ ਗਧੇ ਵੀ ਸਵਰਗਾਂ ਨੂੰ ਚੱਲੇ ਨੇ। ਇਸ ਪ੍ਰਕਾਰ ਉਹ ਪੁਰੀ ਉੱਥੇ ਹੀ ਖਲੋ ਗਈ, ਕਿਉਂਕਿ ਤੀਰਥ ਭਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਜਿਵੇਂ ਹਾਥੀ ਨਾਤਾ ਨਾ ਨਾਤਾ ਇੱਕੋ ਜਿਹਾ ਹੁੰਦਾ, ਇੰਜ ਜਦ ਬੰਦੇ ਦੇ ਮਨ ਵਿੱਚ ਮਾਣ ਆ ਜਾਏ ਤਾਂ ਉਹਦੇ ਪੱਲੇ ਕੱਖ ਨਹੀਂ ਰਹਿੰਦਾ। ਮੰਨਿਆ ਜਾਂਦਾ ਹੈ ਕਿ ਹੁਣ ਤਾਂ ਹੀ ਉਹ ਉੱਥੇ ਵੱਸਦੀ ਹੈ ਜਦੋਂ ਆਕਾਸ਼ ਵਿੱਚ ਧੁੰਦ ਆਦਿਕ ਵਿੱਚ ਸੂਰਜ ਦੀਆਂ ਕਿਰਨਾਂ ਪੈਣ ਤੋਂ ਭੁਲੇਖੇ ਜਿਹੇ ਪੈਂਦੇ ਨੇ। ਜਿਵੇਂ ਕੋਈ ਨਗਰੀ ਹੋਵੇ, ਉਹਨੂੰ ਹਰੀ ਚੰਦੌਰੀ ਜਾਂ ਗੰਧਰਵਾ ਨਗਰੀ ਆਦਿਕ ਨਾਮ ਦਿੰਦੇ ਨੇ, ਪਰ ਇਹ ਪੁਰੀ ਅੱਜ ਤੱਕ ਨਾ ਤਾਂ ਕਿਸੇ ਵੇਖੀ ਹੈ। ਸਾਇੰਸਦਾਨ ਚੰਦਰਮਾ ਤੱਕ ਹੋ ਆਏ, ਰਾਜ ਕਿਤੇ ਉਹਨਾਂ ਨੂੰ ਮਿਲੀ ਨਹੀਂ, ਕਿਸੇ ਨੇ ਉਸ ਪੁਰੀ ਤੋਂ ਸੌਦਾ ਨਹੀਂ ਖਰੀਦਿਆ। ਇਹ ਕਹਿਣ ਮਾਤਰ ਹੀ ਹੈ। ਇਉਂ ਇਹ ਪਦਾਰਥ ਵਾਸਤਵ ਦੇ ਵਿੱਚ ਨਹੀਂ ਹੁੰਦੇ ਜੋ ਦੁਨੀਆ ਹੈ, ਤੇ ਪਦਾਰਥ ਨੇ ਇਹ ਕਹਿਣ ਮਾਤਰ ਨੇ। ਉਸ ਨਗਰੀ ਦੇ ਵਾਂਗ ਮਿਥਿਆ ਨੇ, ਦਿਖਦੇ ਜ਼ਰੂਰ ਨੇ ਪਰ ਹੈ ਇਹਨਾਂ ਦੇ ਵਿੱਚ ਕੱਖ ਨਹੀਂ। ਅਰਥਾਤ ਵਾਸਤਵ ਦੇ ਵਿੱਚ ਹਰੀ ਚੰਦੋਰੀ ਕੋਈ ਵਸਤੂ ਨਹੀਂ, ਕੇਵਲ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਧੁੰਦ ਵਿੱਚ ਖਿਆਲੀ ਰਚਨਾ ਹੈ। ਸਰਦੀ ਦੀ ਰੁੱਤ ਵਿੱਚ ਸੂਰਜ ਦੀਆਂ ਕਿਰਨਾਂ ਤੇਜ਼ ਹੋਣ ਤੋਂ ਪਹਿਲਾਂ ਰੇਗਿਸਤਾਨ ਜਾਂ ਸਮੁੰਦਰ ਦੇ ਕਿਨਾਰੇ ਗਾੜੀ ਧੁੰਦ ਹੋਣ ਕਰਕੇ ਆਕਾਸ਼ ਵਿੱਚ ਕਦੇ 7 ਵਸਤੂਆਂ ਦਾ ਅਕਸ਼ ਅਤੇ ਕਦੇ ਖਿਆਲ ਵਿੱਚ ਵਸੇ ਹੋਏ ਪਦਾਰਥ 7 ਸਮਾਨ ਭਾਸਣ ਲੱਗ ਜਾਂਦੇ ਨੇ। ਹਰਿਆਣੇ ਦੇ ਹਿਸਾਰ ਜ਼ਿਲ੍ਹੇ ਜਾਂ ਰੇਤਲੇ ਇਲਾਕਿਆਂ ਅਤੇ ਅਰਬ ਦੇ ਸਮੁੰਦਰੀ ਰੇਤਲੇ ਮੈਦਾਨਾਂ ਦੇ ਵਿੱਚ ਹਰ ਚੰਦੋਰੀ ਦਾ ਨਜ਼ਾਰਾ ਅਜੀਬ ਭਾਸਿਆ ਕਰਦਾ ਹੈ। ਜਿਸ ਆਦਮੀ ਨੇ ਪਹਿਲਾਂ ਕਦੇ ਦੇਖਿਆ ਨਹੀਂ, ਉਹ ਬਿਨਾਂ ਸੰਸੇ ਸੁੰਦਰ ਮਕਾਨ, ਕਿਲੇ ਅਤੇ ਬਾਗ ਵੇਖ ਕੇ ਉਹਨਾਂ ਦੀ ਸੈਰ ਲਈ ਲਲਚਾਉਂਦਾ ਹੈ। ਪਰ ਜਿਉਂ-ਜਿਉਂ ਸੂਰਜ ਦੀਆਂ ਕਿਰਨਾਂ ਤੇਜ਼ ਹੁੰਦੀਆਂ ਜਾਂਦੀਆਂ ਨੇ, ਤਿਉਂ-ਤਿਉਂ ਧੁੰਦ ਪਤਲੀ ਪੈਣ ਲੱਗਦੀ ਹੈ ਅਤੇ ਦੇਖਦੇ ਹੀ ਦੇਖਦੇ ਸਾਰੀ ਰਚਨਾ ਅੱਖਾਂ ਤੋਂ ਓਹਲੇ ਹੋ ਜਾਂਦੀ ਹੈ। ਕਰਨਲ ਟਾਂਡ ਮੈਂ ਡਰਦੇ ਮਾਰੇ ਸ਼ੋਰ ਮਚਾਤਾ। ਕਈ ਵਾਰ ਤਾਂ ਮੈਂ ਖੁਦ ਆਪ ਹੀ ਡਰਿਆ। ਗਰਮੀਆਂ ਦੇ ਵਿੱਚ ਰੇਗਿਸਤਾਨ ਦੀ ਤਾਂ ਗੱਲ ਛੱਡ ਹੀ ਦਿਓ, ਉੱਥੇ ਤਾਂ ਆਪਾਂ ਗਏ ਨਹੀਂ। ਪੱਕੀ ਸੜਕ ਜਿਹੜੀ ਲੁੱਕ ਵਾਲੀ ਹੈ, ਉਹਦੇ 'ਤੇ ਗੱਡੀ ਜਦ ਭੱਜਦੀ ਹੈ 80 ਤੋਂ 100 ਦੀ ਸਪੀਡ ਦੇ, ਅਤੇ ਦੁਪਹਿਰ ਦਾ ਗਰਮੀਆਂ ਦਾ ਸੂਰਜ ਹੋਵੇ ਅਤੇ ਅੱਗੇ ਇੰਝ ਜਾਪਦਾ ਕਿ ਪਾਣੀ ਪਾਣੀ ਆ ਗਿਆ ਹੋਵੇ। ਇਉਂ ਡਰ ਲੱਗਦਾ ਵੀ ਹੁਣ ਪਾਣੀ 'ਚ ਆਪਾਂ ਡੁੱਬ ਜਾਣਾ। ਕਈ ਵਾਰ ਬ੍ਰੇਕ ਮਾਰੀ ਹੈ ਵੀ ਅੱਗੇ ਪਾਣੀ ਆ ਗਿਆ, ਕਿਉਂਕਿ ਗਰਮੀ ਦੇ ਨਾਲ ਜਿਹੜੀ ਲੁੱਕ ਵਾਲੀ ਸੜਕ ਹੈ ਉਹ ਧੁੱਪ ਦੀ ਹੀਟ ਦੇ ਨਾਲ ਤਪਦੀ ਹੈ, ਉੱਪਰੋਂ ਭਾਫ ਜਿਹੀ ਪਾਣੀ ਜਿਹੀ ਵਾਂਗ ਜਾਪਦਾ ਹੈ। ਇੰਜੋ ਕਹਿੰਦੇ ਕਰਨਲ ਟਾਂਡ ਉਹਨੇ ਸ਼ੋਰ ਮਚਾਤਾ ਅਤੇ ਜਾਨ ਬਚਾਉਣ ਦੇ ਫਿਕਰ 'ਚ ਪੈ ਗਿਆ। ਪਰ ਜਹਾਜ਼ ਦੇ ਅਫਸਰ ਜੋ ਅਸਲ ਗੱਲ ਦੇ ਭੇਤੀ ਸਨ, ਸਾਰੇ ਵੇਖ ਕੇ ਹੱਸਣ ਲੱਗੇ ਅਤੇ ਉਹ ਲਿਖਦਾ ਕਿ ਮੈਂ ਸ਼ਰਮਿੰਦਾ ਹੋ ਗਿਆ। ਗੁਰਬਾਣੀ ਵਿੱਚ ਸੰਸਾਰ ਦੇ ਮਾਇਕੀ ਪਦਾਰਥ ਜੋ ਖਿਨ ਪਰ ਚਮਤਕਾਰ ਵਿਖਾ ਕੇ ਮਿਟ ਜਾਂਦੇ ਨੇ, ਉਹਨਾਂ ਨੂੰ ਹਰ ਚੰਦੋਰੀ ਗੰਧਰਵ ਨਗਰੀ ਦਾ ਦ੍ਰਿਸ਼ਟਾਂਤ ਦੇ ਕੇ ਮਿਥਿਆ ਦੱਸਿਆ ਹੈ। ਚੰਚਲ ਸਾਂਗਨਾ ਚਾਲਦੀ ਸਖੀਏ, ਇਹ ਜਗਿਆਸੁ ਰੂਪ ਸਹੇਲੀਏ, ਇਸੇ ਤਰ੍ਹਾਂ ਚਿੱਤ ਨੂੰ ਚਲਾਈਮਨ ਕਰਨ ਵਾਲੀ ਮਾਇਆ ਅੰਤ ਨੂੰ ਜੀਵਾਂ ਨਾਲ ਮਦਦ ਕਰਨ ਲਈ ਨਾਲ ਨਹੀਂ ਚੱਲਦੀ। ਅੰਤ ਤਜ ਜਾਵਤ ਮਾਇਆ, ਜੀਵ ਅੰਤ ਨੂੰ ਇਹ ਮਾਇਆ ਇੱਥੇ ਹੀ ਛੱਡ ਜਾਂਦੇ ਹਨ।
ਸਵਿਟਜ਼ਰਲੈਂਡ ਦੀਆਂ ਬੈਂਕਾਂ ਪੈਸੇ ਨਾਲ ਭਰੀਆਂ ਪਈਆਂ ਨੇ। ਉਹ ਬੰਦਾ ਮਰ ਗਿਆ, ਦੂਜੇ ਨੂੰ ਉਹਦੇ ਅਕਾਊਂਟ ਦੀ ਕੋਈ ਜਾਣਕਾਰੀ ਨਹੀਂ ਦਿੰਦੇ। ਕਈ ਵਿਚਾਰੇ ਰੱਖ ਰੱਖ ਕੇ ਉੱਥੋਂ ਕੂਚ ਕਰ ਗਏ। ਉਹ ਦੇਸ਼ ਸਿਰਫ ਬੈਂਕਾਂ ਨਾਲ ਹੀ ਅਮੀਰ ਹੋਇਆ ਹੈ। ਲੋਕਾਂ ਨੂੰ ਆਪਦੇ ਦੇਸ਼ ਵਿੱਚ ਤਸੱਲੀ ਨਹੀਂ ਆਉਂਦੀ, ਘਬਰਾ ਕੇ ਕਿ ਕੋਈ ਫੜੇ ਨਾ ਜਾਈਏ, ਕੋਈ ਸਾਡੇ ਕੋਲ ਲੈ ਨਾ ਲਏ। ਉਹ ਬਾਹਰ ਨੂੰ ਭੱਜਦੇ ਨੇ। ਕੋਈ ਪਾਉਂਡ ਬਣਾਉਂਦਾ ਇੰਗਲੈਂਡ 'ਚ ਜਾ ਕੇ, ਕੋਈ ਅਮਰੀਕਾ ਦੇ ਡਾਲਰ ਚੇਂਜ ਕਰਾਉਂਦਾ ਬਲੈਕ ਮਨੀ, ਅਤੇ ਕੋਈ ਜਾ ਕੇ ਉੱਥੇ ਬੈਂਕਾਂ ਦੇ ਲੋਕਰ ਖਰੀਦਦਾ। ਇਉਂ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਕਰੀਬ ਕਰੀਬ ਇਹਨਾਂ ਦੇ ਅਕਾਊਂਟ ਬਾਹਰਲਿਆਂ ਦੇਸ਼ਾਂ 'ਚ, ਕਈਆਂ ਦੇ ਫਲੈਟ, ਕਈਆਂ ਦੇ ਫਾਰਮ ਹਾਊਸ, ਕਈਆਂ ਦਾ ਕੁਛ, ਕਈਆਂ ਦਾ ਕੁਛ। ਇੰਡੀਆ ਦਾ ਪੈਸਾ ਜੇ ਇੰਡੀਆ ਦੇ ਵਿੱਚ ਹੀ ਇਨਵੈਸਟ ਹੋ ਜਾਏ, ਔਰ ਸਾਡੇ ਬੱਚੇ ਕੋਈ ਵੀ ਡਾਕਟਰ ਜਾਂ ਇੰਜੀਨੀਅਰ ਬਣਦਾ ਅਤੇ ਅੰਬੈਸੀਆਂ ਝੱਟ ਹੀ ਉਹਨੂੰ ਟਰੇਸ ਕਰਕੇ ਆਪਦੇ ਦੇਸ਼ ਲੈ ਜਾਂਦੀਆਂ ਨੇ। ਤੋ ਇਹ ਦੇਸ਼ ਜੇ ਇੱਥੋਂ ਦੇ ਬੱਚੇ ਇੱਥੇ ਰਹਿ ਕੇ ਕੰਮ ਕਰਨ ਅਤੇ ਇੱਥੋਂ ਦਾ ਪੈਸਾ ਇੱਥੇ ਹੀ ਇਨਵੈਸਟ ਹੋਵੇ ਤਾਂ ਕਿੰਨਾ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਤੋ ਜਿਹੜੀ ਮਾਇਆ ਇੱਥੇ ਛੱਡ ਕੇ ਲੋਕ ਚਲੇ ਜਾਂਦੇ ਨੇ, ਉਹਨਾਂ ਦੇ ਨਾਲ ਇਹ ਮੋਹ ਕਰਦੇ ਨੇ, ਅਤੇ ਮੋਹ ਵੀ ਅੰਤਾਂ ਦਾ ਹੈ। ਬੰਦਾ ਮਰੇ ਤੋਂ ਬਾਅਦ ਵੀ ਕੁਰਸੀ ਨਹੀਂ ਛੱਡਦਾ, ਉਹਨੂੰ ਖਿੱਚ ਕੇ ਅਤੇ ਕੁਰਸੀ ਨੂੰ ਤੋੜ ਕੇ ਕੱਟ ਕੇ ਲਾਉਣਾ ਪੈਂਦਾ, ਇੰਨਾ ਚੰਬੜ ਜਾਂਦਾ ਹੈ। ਰਸ ਭੋਗਣ ਆਤ ਰੂਪ ਰਸ ਮਾਤੇ, ਜੋ ਰਸਾਂ ਕਸਾਂ ਦਾ ਭੋਗਣਾ ਕਰਦੇ ਨੇ, ਅਤਿਅੰਤ ਹੀ ਸੋਹਣੇ ਰੂਪਾਂ ਦੇ ਰਸ ਪ੍ਰੇਮ ਦੇ ਵਿੱਚ ਮਸਤ ਹੋਏ ਰਹਿੰਦੇ ਹਨ। ਇਨ ਸੰਗ ਸੁਖ ਨਾ ਪਾਇਆ, ਉਹਨਾਂ ਲੋਕਾਂ ਨੇ ਇਹਨਾਂ ਵਿਸ਼ਿਆਂ ਦੇ ਨਾਲ ਮਸਤ ਹੋਣ ਕਰਕੇ ਕਦੀ ਸੁੱਖ ਨਹੀਂ ਪਾਇਆ ਹੈ। ਸਦਾਮ ਹੁਸੈਨ ਦੀ ਹਾਲਤ, ਵੈਸੇ ਅਸੀਂ ਉਹਦਾ ਮਖੌਲ ਨਹੀਂ ਕਰਦੇ, ਹਮਦਰਦੀ ਹੈ, ਕਿਸੇ ਨਾਲ ਵੀ ਰੱਬ ਇਸ ਤਰ੍ਹਾਂ ਬੁਰਾ ਨਾ ਕਰੇ। ਪਰ ਜਿਸ ਤਰ੍ਹਾਂ ਬੁਰੀ ਹਾਲਤ ਵਿੱਚ ਗੋਡੇ ਗੋਡੇ ਜੂਆਂ ਪਈਆਂ ਅਤੇ ਮਰਿਆ ਅਤੇ ਗਲਿਆ ਸੜਿਆ ਕੰਬਲ ਉੱਪਰ ਲਿਆ, ਬੇਸਮੈਂਟ ਦੇ ਵਿੱਚੋਂ ਲੱਭਿਆ, ਜਿਹੜਾ ਇੰਗਲੈਂਡ ਦੀ ਉਹ ਲੰਡਨ ਦੀ ਕਵੀਨ ਮਿਸ ਐਲਜ਼ਾਬੇਥ ਦੇ ਨਾਲ ਦੁਪਹਿਰ ਦਾ ਆਮ ਹੀ ਭੋਜਨ ਕਰਿਆ ਕਰਦਾ ਸੀਗਾ। ਸੋ ਐਸੀ ਬੁਰੀ ਹਾਲਤ ਹੋ ਗਈ। ਜਦ ਰੱਬ ਵੱਲੋਂ ਪੁੱਠੀ ਪੈਂਦੀ ਹੈ ਫਿਰ ਪਤਾ ਨਹੀਂ ਚੱਲਦਾ ਵੀ ਕੀ ਕੁਛ ਹੁੰਦਾ ਹੈ। ਧੰਨ ਧੰਨ ਹਰ ਸਾਧ ਜਾਨ ਸਕੀਏ। ਇਸੇ ਵਾਸਤੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਕਿਹਾ ਮਾਤੇ ਮਤੰਗ, ਥੱਲੇ ਕੀ ਹੁੰਦਾ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ, ਪੌਣ ਕੇ ਕੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਮਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਇੰਨੇ ਵੱਡੇ ਹੋ ਗਏ, ਅੰਤ ਨੂੰ ਨੰਗੇ ਪੈਰੀਂ ਖਾਲੀ ਹੱਥੀਂ ਜਾਣਾ ਪਿਆ। ਜੇ ਜੁਗ ਚਾਰੇ ਆਰਜ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਈ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ, ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਸੋ ਇਹਨਾਂ ਚੀਜ਼ਾਂ ਦੇ ਨਾਲ ਅੱਜ ਤੱਕ ਕਿਸੇ ਸੁੱਖ ਨਹੀਂ ਪਾਇਆ।
औरंगजेब वेखो हौके नाल ही मर गया, सब कुछ ही छड्ड के जाना पिया। जिन्हें आपदा सका प्यो नहीं छड्डिया, सका भरा नहीं छड्डिया, सबना नूं मार कत्तिया। कलगीधर दे साहिबजादे छोटे छोटे उन्हां नाल वैर कमाया, अनेकां ही ਸਿੰਘਾਂ ਨੂੰ शहीद कर दिता। सारी उम्र गुरु साहिब दे वैर पिया रिहा। जिदन मरिया गुरां दा जफरनामा लाहनतां जद ਉਹਨੂੰ पईयां सुणदियां सारी थाई चढ़ाई कर गया, मर गया। सो एडा जालम बादशाह भी वेखो दुनिया तो कूच कर गया। सो लोग फिर भी नहीं समझते, जुल्म करते ने, अधर्मी बंदे पाप कराउंदे, आप करदे पापी कर्म कमाउंदे, करदे हाय हाय नानक जो मसल मधाणिया त्यो मथे धर्म राए। पातशाह जी फरमाउंदे ने आवत संग ना जात संगाती, कहाँ भयो दर बांधे हाथी, लंका गढ़ सोने का पया, मूर्ख रावण क्या ले गया। रावण दी सारी लंका ही वेखो सोने दी सीगी, ते पर जिस वक्त मरिया कोई हाथी नहीं, कोई घोड़े नहीं, सब कुछ ही आपदे नाल लैके डुब गया। ये माड़े बंदे वो दूजियां दा भी नुकसान कराउंदे हन। इन्हां दे नाल अज तक किसी सुख नहीं पाया है। सो उपाय रख अंत में यतन दे नाल इनू लभना पैंदा, तां भी दुखी हुंदा। फिर इहदी सिक्योरिटी करनी पैंदी, तां भी दुखी हुंदा। फिर जद चली जाती है तां भी दुखी हुंदा है। ये तिन्हां समियां दे विच दुख रूप है। इसलिए महाराज फरमाउंदे ने धन 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 अरसाद जान सखिए। ये जग्यासु रूप सहेलीए ओ हरि परमेश्वर दे साध महात्मा जन धन हन, धन हन, धनता दे योग हन। नानक जिनी नाम त्याया, सह फरमाउंदे ने कि जिन्हां ने परमेश्वर दे नाम नूं ध्याया आराध्या है, धन 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 जन आया। जिस प्रसाद सब जगत तराया, जन आमन का यह सुआओ, जन कै संग चित आवे नाओ। आप मुक्त मुक्त करे संसार, नानक तिस जन को सदा नमस्कार। धन धन महापुरख संत बाबा अजीत सिंह जी हंसाली साहब वाले, जिन्हां दी वेखो प्रेरणा हुई। सो आम जिहड़े पेंडू लोग उन्हां नूं गुरमत दृढ़ करवा के पाठी बनाता। सहज पाठ की सेवा तो इन्नी कमाल की सेवा हो रही है, वेख के इंसान दंग रह जाता। वड्डे वड्डे आर्कीटैक्ट ते वड्डे वड्डे जिहड़े बिल्डर ने वो भी इत्थे गुरुद्वारे आके फेल हो जाते हैं। आ दर्शनी ड्योढ़ी दे विच शीशे लगे, किते दर्शन करके जाओ। गुम्मट दे उपर सोने तो बगैर ही हाल दी करी टैंपरेरी इन्ना सोहना पेंट किया गया भी सोने ने उसकी की बराबरी कर लैनी। आम बंदा भुलेखे च पै जाता भी खबर है सोना ही लगा। हाल दी कड़ी टैंपरेरी उपरले गुम्मट ते सोने रंगा पेंट होया। ते जिस दरबार दे विच 2 दसंबर गुरु महाराज का पावन प्रकाश होने जा रही है। 3 दिन पहला अखंड पाठ साहिब आरंभ होने ने। उहदियां डाटां दे उपर करीब करीब 6 करोड़ का सोना सो कढ़ाईदार पत्तरियां दे उपर चढ़िया तो वह पत्तरे उपर चढ़ रहे ने, लग रहे ने। सो ये महापुरखों की प्रेरणा
ਉਹਨਾਂ ਦੀ ਇਹ ਕਿਰਪਾ ਦਾ ਸਦਕਾ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚੱਲ ਰਹੀਆਂ ਨੇ। ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਇੱਕ ਅਖੰਡ ਪਾਠ ਜੇ ਘਰ ਕਰਾਉਣਾ ਹੋਵੇ ਤੇ ਘੱਟ ਤੋਂ ਘੱਟ 40-50 ਹਜ਼ਾਰ ਰੁਪਈਆ ਬੰਦੇ ਕੋਲ ਚਾਹੀਦਾ। ਇੱਥੇ ਡੇਲੀ 15 ਦੇ ਭੋਗ ਪੈਂਦੇ ਨੇ ਤੇ 15 ਦਾ ਮੱਧ ਲੱਗਦਾ ਹੈ। ਇਹ ਮਹਾਂਪੁਰਖਾਂ ਦੀ ਪ੍ਰੇਰਨਾ ਹੀ ਹੈ ਜਿਸ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ। ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਉਹਨਾਂ ਦੇ ਨਾਮ ਹੇਠ ਸੰਗਤਾਂ ਪ੍ਰੇਰਿਤ ਹੋ ਕੇ ਗੁਰੂ ਸਾਹਿਬ ਜੀ ਦੇ ਨਾਲ ਜੁੜ ਰਹੀਆਂ ਨੇ। ਹਰ ਦਸਵੀਂ ਦੀ ਦਸਵੀਂ ਅੰਮ੍ਰਿਤ ਸੰਚਾਰ ਹੁੰਦਾ ਹੈ। ਇੱਕ ਬਹੁਤ ਵੱਡੀ ਘਾਟ ਸੀ ਵੀ ਏਡਾ ਵੱਡਾ ਗੁਰਦੁਆਰਾ, ਇੰਨਾ ਕਥਾ ਕੀਰਤਨ, ਰਾਗੀ ਢਾਡੀ, ਇੰਨਾ ਪ੍ਰਚਾਰ, ਇੰਨੀਆਂ ਸੰਗਤਾਂ, ਇੰਨਾ ਗੁਰੂ ਕਾ ਲੰਗਰ ਤੇ ਅੰਮ੍ਰਿਤ ਸੰਚਾਰ ਹੁੰਦਾ ਹੀ ਨਹੀਂ। ਉਹ ਵੀ ਮਹਾਰਾਜ ਨੇ ਘਾਟ ਪੂਰੀ ਕਰ ਦਿੱਤੀ। ਬੜੀ ਬੜੀ ਦੂਰ ਤੋਂ ਲੋਕ ਅੰਮ੍ਰਿਤ ਛਕਣ ਵਾਸਤੇ ਪਹਿਲਾਂ 10, ਫਿਰ 15, ਫਿਰ 20, ਫਿਰ 25, ਫਿਰ 30, ਹੁਣ 60 ਕੁ ਪ੍ਰਾਣੀ ਦੇ ਕਰੀਬ ਸੰਗਤਾਂ ਇਕੱਤਰ ਹੋ ਜਾਂਦੀਆਂ ਨੇ। ਤੋ ਇਸ ਲਈ ਐਸੇ ਮਹਾਂਪੁਰਖ ਧੰਨ ਧੰਨ ਹਰ ਸਾਧ ਜਨ ਸਖੀਏ, ਇਹ ਸਖੀਏ, ਇਹ ਜਗਿਆਸੋ, ਉਹ ਮਹਾਂਪੁਰਖ ਸੋ ਧੰਨਤਾ ਦੇ ਯੋਗ ਹਨ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਿਹਦੀ ਕਿਰਪਾ ਦੇ ਨਾਲ ਜਗਤ ਤਰ ਗਿਆ ਹੈ ਤੇ ਤਰ ਰਿਹਾ ਹੈ। ਜਨ ਆਮਣ ਕਾ ਇਹ ਹੈ ਸੁਆਓ, ਜਨ ਦੇ ਆਉਣ ਦਾ ਇਹ ਪ੍ਰਯੋਜਨ ਹੈ। ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਲਾਈ। ਬਾਬੇ ਹਨੂਮਾਨ ਸਿੰਘ ਦਾ ਨਾਮ ਵੀ ਉਹਨਾਂ ਮਹਾਂਪੁਰਖਾਂ ਦੱਸਿਆ ਵੀ ਉਹਨਾਂ ਦਾ ਸਥਾਨ ਹੈ। ਸ਼ਹੀਦਾਂ ਦੇ ਨਾਮ ਪ੍ਰਗਟ ਕਰਕੇ ਅਸਥਾਨ ਦੀ ਵਡਿਆਈ ਦੇ ਵਿੱਚ ਵਾਧਾ ਕੀਤਾ, ਸੁੰਦਰ ਮਹਲ ਬਣਾਏ। ਔਰ ਇੰਨੀ ਮਹਾਰਾਜ ਦੀ ਕਿਰਪਾ ਸੀਗੀ ਕਿ ਜੋ ਵੀ ਸੰਗਤਾਂ ਮਾਇਆ ਤੇਲਾ ਉਹਨਾਂ ਨੂੰ ਭੇਟਾ ਕਰਦੀਆਂ, ਉਹ ਇਸ ਅਸਥਾਨ 'ਤੇ ਹੀ ਭੇਟਾ ਕਰਕੇ ਤੁਰ ਜਾਂਦੇ। ਖਾਲੀ ਹੱਥੀਂ ਆਉਂਦੇ ਅਤੇ ਖਾਲੀ ਹੱਥੀਂ ਤੁਰ ਜਾਂਦੇ। ਸੋ ਉਹਨਾਂ ਦੇ ਬਚਨਾਂ ਦੇ ਨਾਲ ਹੀ ਵੇਖੋ ਸੰਗਤਾਂ ਕਿੰਨੀਆਂ ਲਹਿਰਾਂ ਬਹਿਰਾਂ, ਕਿੰਨੇ ਗੁਟਕੇ ਸਾਹਿਬਾਂ ਦੀ ਸੇਵਾ, ਨਿਤਨੇਮ, ਭਜਨ ਬੰਦਗੀ, ਗੁਰੂ ਸਾਹਿਬ ਦੀ ਕਿਰਪਾ ਹੈ। ਐਸੇ ਮਹਾਂਪੁਰਖ ਧੰਨਤਾ ਦੇ ਯੋਗ ਨੇ। ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ, ਨਾਨਕ ਜਿਨੀ ਨਾਮ ਧਿਆਇਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਆਰਾਧਿਆ, ਉਹ ਧੰਨਤਾ ਦੇ ਯੋਗ ਨੇ। ਅੱਜ ਕੱਲ੍ਹ ਸੰਤ ਤਾਂ ਮੇਰੇ ਵਰਗਾ ਵੀ ਬਣ ਜਾਂਦਾ, ਪਰ ਨਾ ਤਾਂ ਕੋਈ ਮੂਲ ਮੰਤਰ ਦਾ ਜਾਪ, ਨਾ ਕੋਈ ਗੁਰ ਮੰਤਰ ਦਾ ਜਾਪ, ਕੱਲੀ ਫੇਸਬੁੱਕ ਹੀ ਪ੍ਰਧਾਨ ਹੋਈ ਪਈ ਹੈ। ਨੈੱਟ ਅੱਜ ਕੱਲ੍ਹ ਬੜਾ ਸਸਤਾ ਹੈ, ਪੈਕ ਪਵਾਓ ਅਤੇ ਫੇਸਬੁੱਕ 'ਤੇ ਬੋਲੀ ਜਾਓ। ਅਤੇ ਕਦੀ ਇੱਧਰਲੀ ਗੱਲ ਕਰ ਦਿੱਤੀ, ਕਦੀ ਉੱਧਰਲੀ ਕਰ ਦਿੱਤੀ, ਫਫੇ ਕੁੱਟਣੀਆਂ ਵਾਂਗ। ਸੋ ਉਲਟੀਆਂ ਸਿੱਧੀਆਂ ਗੱਲਾਂ ਕਰਕੇ ਅਤੇ ਫੇਸਬੁੱਕ ਦੇ ਯੂਟਿਊਬ ਤੋਂ ਪੈਸੇ ਕਮਾਉਣ ਦੇ ਚੱਕਰ 'ਚ ਅੱਜ ਕੱਲ੍ਹ ਦੇ ਸਾਧੂ ਸੰਤ ਵੀ ਮਸ਼ਹੂਰੀ ਪ੍ਰਸਿੱਧੀ ਵਿੱਚ ਪਏ ਹੋਏ ਹਨ। ਮੈਂ ਸਮਝਦਾ ਵੀ ਐਕਟਰਾਂ ਦੇ ਵਿੱਚ ਜਿਹੜੇ ਫਿਲਮੀ ਲੋਕ ਨੇ ਅਤੇ ਉਹਨਾਂ ਸੰਤਾਂ 'ਚ ਕੋਈ ਫਰਕ ਨਹੀਂ ਹੈ, ਗੱਲ ਇੱਕੋ ਹੀ ਹੈ। ਉਹ ਪ੍ਰਤੱਖ ਤੌਰ 'ਤੇ ਨੱਚ ਗਾ ਕੇ ਪੈਸੇ ਕਮਾਉਂਦੇ ਅਤੇ ਸਾਡੇ ਲੋਕ ਧਰਮ ਦਾ ਮਖੌਟਾ ਪਾ ਕੇ ਲੋਕਾਂ ਕੋਲੋਂ ਪੈਸੇ ਦੀ ਕਿਸੇ ਕਿਸਮ ਨਾਲ ਵੀ ਉਗਰਾਹੀ ਕਰਦੇ। ਨਾਮ ਨਹੀਂ ਕੋਈ ਜਪਦਾ, ਨਾ ਕੋਈ ਪ੍ਰੇਰਿਤ ਕਰਦਾ ਵੀ ਬਾਣੀ ਪੜ੍ਹੋ ਭਾਈ। ਕਦੇ ਫੇਸਬੁੱਕ 'ਤੇ ਸੁਣਿਆ ਕਦੇ ਸਾਧੂ ਸੰਤ ਵੱਲੋਂ ਉਲਟੀਆਂ ਸਿੱਧੀਆਂ ਗੱਲਾਂ ਮਾਰਨਗੇ ਵੀ ਆਹ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਇਸ ਤਰ੍ਹਾਂ ਉਸ ਤਰ੍ਹਾਂ, ਨਿੰਦਿਆ ਚੁਗਲੀ, ਰਾਜਨੀਤੀ ਪ੍ਰਧਾਨ ਹੈ। ਧਰਮ ਨੂੰ ਪਿੱਛੇ ਛੱਡ ਦਿੱਤਾ ਹੈ। ਕੋਈ ਅੰਮ੍ਰਿਤ ਦੀ ਗੱਲ ਨਹੀਂ ਵੀ ਅੰਮ੍ਰਿਤ ਛਕੋ, ਕੋਈ ਕੇਸਾਂ ਦੀ ਗੱਲ ਨਹੀਂ ਕਿ ਕੇਸਾਂ ਦੀ ਸੇਵਾ ਸੰਭਾਲ ਕਰੋ, ਕੋਈ ਨਿਤਨੇਮ ਦੀ ਬਾਤ ਨਹੀਂ ਵੀ ਗੁੜ ਕੇ ਫੜੋ ਭਾਈ ਅਤੇ ਨਿਤਨੇਮ ਦਾ ਪਾਠ ਕਰੋ। ਆਪਦੇ ਘਰਾਂ ਵਿੱਚ ਬੇਅੰਤ ਬਾਣੀਆਂ ਦੇ ਗੁੜ ਕੇ ਰੱਖੋ। ਭਾਈ ਵੀਰ ਸਿੰਘ ਵਰਗੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਲੇਖਕ ਹੋਏ ਨੇ, ਉਹਨਾਂ ਦੀ ਲੇਖਣੀ, ਉਹਨਾਂ ਦਾ ਇਤਿਹਾਸ ਪੜ੍ਹੋ। ਇੱਕੋ ਹੀ ਕੰਮ ਹੈ
ਵੀ ਕਵੀ ਸੰਤੋਖ ਸਿੰਘ ਨੇ ਆਹ ਕੀ ਲਿਖ ਦਿੱਤਾ, ਉਹ ਕੀ ਲਿਖ ਦਿੱਤਾ। ਆਪ ਤਾਂ ਕੁਛ ਕਰਨ ਜੋਗੇ ਨਹੀਂ, ਬਣੇ ਬਣਾਤੇ ਇਤਿਹਾਸ ਦੇ ਉੱਪਰ ਤਰਕ ਕਰਨੇ। ਸਤਿਗੁਰੂ ਰਹਿਮਤ ਕਰਨ ਜਿਨ੍ਹਾਂ ਮਹਾਂਪੁਰਖਾਂ ਨੇ। ਸੋ ਬਾਬਾ ਅਤਰ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਮਹਾਂਪੁਰਖ, ਬਾਬਾ ਜਵਾਲਾ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖ। ਤੋ ਇਹ ਜਿਹੜੇ ਸੰਤ ਜਿਨ੍ਹਾਂ ਨਾਮ ਨੂੰ ਧਿਆਇਆ, ਮਹਾਰਾਜ ਕਹਿੰਦੇ ਉਹ ਧਨਤਾ ਦੇ ਯੋਗ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਾਏ ਬਸ ਹੋ ਵੱਡ ਭਾਗਣੀ ਸਖੀਏ। ਇਹ ਜਗਿਆਸੂ ਰੂਪ ਸਹੇਲੀਏ, ਵੱਡੇ ਭਾਗਾਂ ਵਾਲੀਏ, ਸੰਤ ਜਨਾ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਵਸਣਾ ਕਰੋ। ਜੇ ਤੁਹਾਡੇ ਕੋਲੋਂ ਕੁਛ ਨਹੀਂ ਹੁੰਦਾ ਤਾਂ ਕੱਖ ਨਾ ਕਰੋ, ਪਰ ਸੰਗਤ ਵਿੱਚ ਜ਼ਰੂਰ ਜਾ ਕੇ ਆਪ ਦਾ ਨਿਵਾਸ ਕਰੋ। ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ। ਜਿਹਨੇ ਰੱਬ ਨੂੰ ਮਿਲਣਾ ਉਹ ਸੰਗਤ ਨਾਲ ਮਿਲੇ, ਕਿਉਂਕਿ ਸੰਗਤ ਦੇ ਵਿੱਚ ਰੱਬ ਰਹਿੰਦਾ ਹੈ, ਤੁਹਾਡੇ ਭਾਵੇਂ ਲਾਗੇ ਬੈਠਾ ਹੋਵੇ। ਤਾਂ ਇਸ ਵਾਸਤੇ ਸੋ ਮਹਾਰਾਜ ਕਹਿੰਦੇ ਸੰਗਤ ਵਿੱਚ ਨਿਵਾਸ ਕਰੋ। ਸੰਗ ਸਮਾਈਐ ਜਿੱਥੇ ਸ਼ਾਂਤ ਚਿੱਤ ਗੁਰਮੁਖ ਜਨ ਮਿਲ ਕੇ ਬੈਠਦੇ ਨੇ, ਉਹਨਾਂ ਦੇ ਵਿੱਚ ਮਿਲ ਕੇ ਪਰਮੇਸ਼ਰ ਵਿੱਚ ਅਭੇਦ ਹੋ ਜਾਈਏ। ਤੂੰ ਅਭੇਦ ਹੋ ਜਾਵੇਂਗੀ। ਹੈ ਦੁਖ ਨਾ ਭੂਖ ਨਾ ਰੋਗ ਵਿਆਪੈ। ਨਾ ਤਾਂ ਉੱਥੇ ਜੰਮਣ ਮਰਨ ਦਾ ਦੁੱਖ, ਨਾ ਹੀ ਆਸਾ ਤ੍ਰਿਸ਼ਨਾ ਦੀ ਭੁੱਖ, ਤੇ ਨਾ ਹੀ ਹਉਮੈ ਅਗਿਆਨ ਦਾ ਰੋਗ ਲੱਗਦਾ ਹੈ। ਚਰਨ ਕਮਲ ਲਿਵ ਲਾਈਐ। ਇਸ ਲਈ ਸੰਤ ਜਨਾਂ ਦੀ ਸੰਗਤ ਦੁਆਰਾ ਪਰਮੇਸ਼ਰ ਦੇ ਚਰਨ ਕਮਲਾਂ ਦੇ ਵਿੱਚ ਬਿਰਤੀ ਲਾਉਣਾ ਕਰੀਏ। ਜਨਮ ਨਾ ਮਰਨ ਨਾ ਆਵਣ ਜਾਣਾ। ਉੱਥੇ ਸੰਤ ਜਨਾਂ ਦੀ ਸੰਗਤ ਕਰਕੇ ਨਾ ਜੰਮਣ ਦਾ ਦੁੱਖ ਨਾ ਮਰਨ ਦਾ ਦੁੱਖ। ਕਹਿੰਦੇ ਜਨਮ ਦਾ ਇਤਨਾ ਦੁੱਖ ਹੁੰਦਾ, ਜਿਵੇਂ ਸੁਨਿਆਰਾ ਲੋਹੇ ਦੀ ਡਲੀ ਨੂੰ ਆਪਦੀ ਮਸ਼ੀਨ ਦੇ ਵਿੱਚ ਪਾ ਕੇ ਜਦ ਉਹਦਾ ਹੈਂਡਲ ਘੁਮਾਉਂਦਾ ਤੇ ਨਿੱਕੀਆਂ ਨਿੱਕੀਆਂ ਤਾਰਾਂ ਕੜਾ ਬਣਾਉਣਾ, ਉਹਨੂੰ ਥੋੜ੍ਹਾ ਜਿਹਾ ਮੋਟਾ ਕਰ ਲੈਂਦਾ। ਕਾਂਟੇ ਬਣਾਉਣੇ ਨੇ, ਉਹ ਤਾਰ ਛੋਟੀ ਕਰ ਲੈਂਦਾ। ਜਿਵੇਂ ਵਿੱਚ ਦੀ ਪਾ ਕੇ ਤੇ ਹੈਂਡਲ ਘੁਮਾ ਕੇ ਉਹ ਤਾਰਾਂ ਨੂੰ ਖਿੱਚਦਾ। ਇੰਨਾ ਦੁੱਖ ਜਨਮ ਸਮੇਂ ਬੱਚੇ ਨੂੰ ਪ੍ਰਾਪਤ ਹੁੰਦਾ, ਪਰ ਉਹ ਦੱਸ ਨਹੀਂ ਸਕਦਾ। ਕਈ ਵਿਚਾਰੇ ਜਮਾਂਦਰੂ ਹੈਂਡੀਕੈਪ ਜੰਮਦੇ ਨੇ, ਦੁੱਖ ਸਾਰਿਆ ਨਹੀਂ ਜਾਂਦਾ। ਕਈ ਗੂੰਗੇ ਤੇ ਬੋਲੇ ਜੰਮਦੇ ਨੇ, ਤੋ ਰੋਂਦੇ ਨੇ ਆਪਦੇ ਕਰਮਾਂ ਨੂੰ। ਮਰਨ ਦਾ ਇਤਨਾ ਵੱਡਾ ਦੁੱਖ ਹੈ, ਜਿਵੇਂ ਮੂੰਹ ਦੇ ਰਸਤੇ ਥਾਣੀ ਕੰਡਿਆਂ ਵਾਲਾ ਛਾਪਾ ਵਿੱਚ ਪਾ ਕੇ ਸਾਰੇ ਸਰੀਰ ਦੇ ਅੰਦਰ ਦੀ ਖਿੱਚ ਕੇ ਤੇ ਹੇਠਲੇ ਰਸਤੇ ਥਾਣੀ ਕੱਢਿਆ ਜਾਏ। ਜਿੰਨਾ ਦੁੱਖ ਉਸ ਬੰਦੇ ਨੂੰ ਹੈ, ਇੰਨਾ ਮਰਨ ਦੇ ਵਕਤ ਜੀਵਾਤਮਾ ਤੜਫਦੀ ਹੈ। ਲਾਗੇ ਬੰਦਾ ਖੜਾ, ਉਹਨੂੰ ਕੁਛ ਨਹੀਂ ਪਤਾ ਦੂਜੇ ਨੂੰ ਕੁੱਟ ਪੈ ਰਹੀ ਹੈ, ਯਮਦੂਤ ਘੜੀਸ ਰਹੇ ਨੇ। ਕੋਈ ਵੀ ਛੋਟੀ ਜਿਹੀ ਚਿੜੀ ਵੀ ਆਪ ਦਾ ਆਲਣਾ ਨਹੀਂ ਛੱਡਦੀ। ਇਹ ਬੰਦਾ ਜਿਹੜਾ 100 ਸਾਲ ਸਰੀਰ 'ਚ ਰਿਹਾ, ਉਹ ਕਿੱਥੇ ਛੱਡੂਗਾ ਸਰੀਰ? ਮਾਰ ਮਾਰੇ ਦੇ ਤੇ ਚਿੱਤ ਬਦਲਾ ਦਿੰਦੇ, ਦਿਮਾਗ ਭੁਆ ਦਿੰਦੇ ਯਮਦੂਤ। ਇੰਨਾ ਕੁੱਟਦੇ ਨੇ, ਖਿੱਚ ਕੇ ਤੋੜ ਤੋੜ ਕੇ ਜਿੰਦ ਨੂੰ ਵਿੱਚੋਂ ਦੀ ਕੱਢਦੇ ਨੇ। ਇਹ ਬਾਣੀ ਵਿੱਚ ਲਿਖਿਆ ਹੋਇਆ ਹੈ, ਹੱਥ ਮਰੋੜੈ ਤਨ ਕਪੇ। ਕਪੇ ਦਾ ਮਤਲਬ ਕੀ ਆ? ਕੈਂਚੀ ਦੀ ਤਰ੍ਹਾਂ ਨਾਲ ਜਿਹੜਾ ਜੜਿਆ ਹੋਵੇ ਉਹਨੂੰ ਕੱਟ ਕੱਟ ਕੇ ਹਥਿਆਰਾਂ ਦੇ ਨਾਲ ਖਰੋਚ ਖਰੋਚ ਕੇ ਇਹ ਇਹਨਾਂ ਵਿੱਚ ਜੰਮਿਆ ਪਿਆ ਹੈ। ਸਰੀਰ ਨਾਲ ਇੰਨਾ ਟੱਚ ਹੈ ਵੀ ਇੰਨਾ ਇਹਦਾ ਮੋਹ ਕਰਦਾ, ਜਾਨ ਨੂੰ ਤਿਆਰ ਨਹੀਂ। ਕੱਟ ਕੱਟ ਕੇ ਨਿੱਕਾ ਨਿੱਕਾ ਕਰਕੇ ਜਿੰਦ ਨੂੰ ਇਹਦੇ ਵਿੱਚੋਂ ਦੀ ਕੱਢ ਕੇ ਲੈ ਜਾਂਦੇ ਨੇ। ਜਿੰਦ ਵਹੁਟੀ, ਜਿਹੜੀ ਵਹੁਟੀ ਹੈ ਸਾਡੀ ਭੈਣ, ਜਿਹੜੀ ਵਹੁਟੀ ਬਣ ਰਹੀ ਹੈ, ਪੇਕੇ ਘਰ ਨੂੰ ਛੱਡਣਾ ਨਹੀਂ ਚਾਹੁੰਦੀ, ਸਹੁਰੇ ਘਰ ਜਾਣ ਲੱਗੀ ਰੋਂਦੀ ਹੈ। ਜਿੰਦ ਵਹੁਟੀ ਮਰਨ ਵਾਰ। ਬਾਬੇ ਫਰੀਦ ਨੇ
ये घर तो शिक्षा शुरू की है। जिहड़ा मौत है अजराइल फरिश्ता लाड़ा बन के आ गया, हार हुर सिरे सुरे पा के ते वोटी बना के जद इनू ले जांदा, ये रोंदी है कलपदी है। जिंद वोटी मरण वार लै जासी परनाए, पर उन्हें ब्याह के लै जाना। मौत लाड़े ने अपने हथी जोड़ कै गल लग्या ताए। ਵਿਆਹ वाली भैन दा मां दे गल ला के रोंदी है, भरावां गल ला के रोंदी है, प्यो दे गल ला के रोंदी है, पर मरण वाली जिंद नूं गल लग के रोण वाला भी कोई नहीं लभदा। किसी नूं पता ही नहीं भी इहदे नाल की हो रहा। अपने हथी जोड़ कै गल लग्या ताए, वालों हो निक्की पुरसलाद। जिहड़ा पुरसलाद दा पुल है ये वाल दे 100वें हिस्से नालों भी बरीक है, ते जिंद जिहड़ी है ये बड़ी मोटी हुई पई है। वल हो निकी पुरसलाद कन्नी ना सुनी आए, फरीदा किड़ी भमंदई खड़ा ना आप मुहाए। इंज बाबा जी ने मौत का बहुत बड़ा दुख लिखिया है। पर जिहड़े महापुरख ने सागर तरियो बाशर खोज, संसार समुंदर नूं बच्चे की पैड़ की तरह ही वो सौखा तर गए। ना जम्मण का दुख ना मरण का दुख, ते ना ही वासना करके आना ते जाना रहिंदा है। आमन जान रहियो तपत कड़ाहा बुझ गया, गुर शीतल नाम दियो। चल सरणी पाइया, यह अचल पदवी संत जना की शरण ओट विच रहन करके पाउना करी दी है। संता संगत पाई है, इसलिए गुरुद्वारे आईदा है। आ जिहड़ी कथा है इहदे नूं वधिया कथा तो तुसीं आपदे घर बैठे लाइव ते टीवी राही जां मोबाइल राही सुन सकते हो। फिर भी आपां इन्नी ठंड दे विच चल के गुरुद्वारे क्यों आए हैं? कल्ली कथा सुनने का ही मतलब नहीं है। ये तो सानू आउंदी है, मैनू भी आउंदी, तुहानू भी पता सारा कुछ। ये तो एक बहाना है इत्थे बैठण दा, एक आसरा आपां बाणी दा लिया होया। बाकी आपां की करा सकते हाँ। ये गुरु महाराज की संगत दे विच बैठण दा एक बहाना आपां ने लिया है, कीर्तन दा ते कथा दा। असल दे विच ये गुरु जी की संगत की वडियाई है। महाराज कहते ने तुसीं डेली आओगे तो यमदूत तुहाथों डरदे मारे दूर भजणगे। संता संगत पाई है, जित जम कै पंथ न जाई है। तोसा हर का नाम लै, तेरे कुले न लगे गाल जियो। जो सिमरन दे साई है, नरक न से पाई है। मंदा मूल न उपजियो, तरे सच्ची कार लाग जियो। संगत विचों मंदा बिरस जांदा, मन शुद्ध हो जाता। इसलिए डेली आईदा गुरुद्वारे, हर कीर्तन सुनीए, सतगुरु भेट, हर जस मुख पढ़ीए कि महाराज का नाम चेती आवे। नाम चेती आउण नाल मन शुद्ध हो जाता। सो वडभागी साध संग प्रापत, तिन भेटत दुरमत खोई। तिन की तूर नानक दास बाछै, जिन हर नाम हृदय परोई। जो जो सुने कथै हर कीर्तन, ताकि दुर्मत नाश। सगल मनोरथ पावै, नानक पूर्ण होवै आस। संगत का गुण बहुत अधिकाई, पढ़ सुआ गण के उधारे। संगत का बहुत बड़ा वाधा है। सो एक तोते नूं पढ़ाउण वाली गणका भी वेखो तर गई। परसन परस पए कुबजा को, लै बैकुंठ सिधारे। कृष्ण भगवान की संगत करके एक कुबी जी मालनी जिहड़ी बजुर्ग कंस नूं सेंट छिड़कदी, उहदे गल दे विच फुल्लां दा हार पाउंदी सी। कृष्ण के दर्शन करके वो कंस वाला हार कृष्ण के गल च पा के उहदे पैरीं हथ लाता। सेंट सुंड जिन्ना कंस वाला समान सी उहदे ते छिड़कता भगवान दे। कहती महाराज कृपा करो। तो कृष्ण भगवान इन्ने प्रसन्न होए,
ਉਹਨਾਂ ਉਹਦੇ ਪੈਰਾਂ 'ਤੇ ਪੈਰ ਰੱਖ ਕੇ ਤੇ ਮੋਢਿਆਂ ਤੋਂ ਫੜ ਕੇ ਉਹਨੂੰ ਤਾਂ ਖਿੱਚ ਕੇ ਉਹਦਾ ਕੁੱਬ ਦੂਰ ਕਰ ਦਿੱਤਾ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੋਲਾਰੇ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਸੋ ਜਿਹੜਾ ਬਹੁਤ ਬੜਾ ਪਾਪੀ ਸੀਗਾ, ਸੰਤਾਂ ਦੀ ਸੰਗਤ ਕਰਕੇ ਤੇ ਆਪ ਦੇ ਪੁੱਤ ਦਾ ਨਾਮ ਨਰੈਣ ਰੱਖਿਆ, ਉਹ ਨਰੈਣ ਨਰੈਣ ਕਰਦਾ ਹੀ ਤਰ ਗਿਆ। ਇਉ ਮੇਰੇ ਠਾਕੁਰ ਕਹਿ ਮਨ ਭਾਏ ਭਾਵਣੀ, ਜਮ ਕੰਕਰ ਮਾਰ ਬਿਦਾਰੇ। ਜਿਹੜੇ ਮੇਰੇ ਠਾਕੁਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਗਏ ਨੇ, ਉਹਨਾਂ ਨੇ ਜਮਦੂਤ ਮਾਰ ਕੇ ਭਜਾ ਦਿੱਤੇ ਨੇ। ਸਾਧ ਕੈ ਸੰਗ ਨਾਹੀ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂਆਂ ਦੀ ਸੰਗਤ ਵਿੱਚ ਕੋਈ ਕਮਾਈ ਨਹੀਂ ਕਰਨੀ ਪੈਂਦੀ, ਦਰਸ਼ਨ ਕਰਕੇ ਜੀਵ ਨਿਹਾਲ ਹੋ ਜਾਂਦਾ ਹੈ। ਨਿਚਲ ਸਰਣੀ ਪਾਈਐ, ਉਸ ਅਚਲ ਸਰੂਪ ਦੇ ਵਿੱਚ ਸੰਤਾਂ ਦੀ ਸ਼ਰਨ ਲੈਣ ਨਾਲ ਤੇ ਵਾਹਿਗੁਰੂ ਦੀ ਓਟ ਪਾ ਲਈਦੀ ਹੈ। ਅਚਲ ਸਰੂਪ ਦੀ ਸ਼ਰਨ 'ਚ ਪੈ ਕੇ ਅਚਲ ਪਦਵੀ ਨੂੰ ਪਾ ਲਈਦਾ ਹੈ। ਪ੍ਰੇਮ ਵਿਛੋਹ ਨਾ ਮੋਹ ਵਿਆਪੈ, ਉੱਥੇ ਸਾਧੂਆਂ ਦੀ ਸੰਗਤ ਵਿੱਚ ਨਾ ਵਾਹਿਗੁਰੂ ਦੇ ਪਿਆਰ ਦਾ ਵਿਛੋੜਾ ਹੁੰਦਾ ਤੇ ਨਾ ਹੀ ਸਰੀਰਾਂ ਤੇ ਪਦਾਰਥਾਂ ਆਦਿਕ ਦਾ ਮੋਹ ਲੱਗਦਾ ਹੈ। ਨਾਨਕ ਹਰੇ ਕਤੇ ਆਈਐ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਸ ਲਈ ਸੰਤ ਜਨਾਂ ਦੀ ਸੰਗਤ ਵਿੱਚ ਇੱਕ ਅਦਵੈਤ ਸਰੂਪ ਹਰੀ ਪਰਮੇਸ਼ਰ ਨੂੰ ਧਿਆਈਏ, ਅਰਾਧਨਾ ਕਰੀਏ। ਦ੍ਰਿਸ਼ਟ ਧਾਰ ਮਨ ਵਿਦਿਆ ਪਿਆਰੇ, ਹੇ ਪਿਆਰੇ, ਜਿਨ੍ਹਾਂ ਉੱਪਰ ਵਾਹਿਗੁਰੂ ਨੇ ਆਪਣੀ ਨਜ਼ਰ ਧਾਰੀ ਹੈ, ਉਹਨਾਂ ਦਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਵਿੰਨਿਆ ਗਿਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨੀਆ ਰਾਮ ਰਾਜੇ। ਜਿਸ ਲਾਗੀ ਪੀਰ ਪਰਮ ਕੇ ਸੋ ਜਾਣ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਦ ਨਾਨਕ ਸਤਿਗੁਰ ਮੇਲ ਹਰ ਜਗਤ ਉਤਰ ਤਰੀਆ। ਅਨਿਆਲੇ ਤੀਰ ਉਹ ਹੁੰਦੇ ਨੇ ਜਿਨ੍ਹਾਂ ਦੀਆਂ ਕੁੰਡੀਆਂ ਅੱਗੋਂ ਮੁੜੀਆਂ ਹੋਣ, ਅਗਲੇ ਪਾਸੇ ਤਾਂ ਨੋਕ ਤਿੱਖੀ ਹੋਵੇ, ਧਾਰ ਲੱਗੀ ਹੋਵੇ, ਤੇ ਜਦ ਤੀਰ ਵੱਜੇ ਤੇ ਅੱਗੇ ਸਿੱਧਾ ਲੰਘ ਜਾਏ, ਤੇ ਜਦ ਖਿੱਚੇ ਪਿਛਲੇ ਪਾਸੇ ਕੁੰਡੀ ਮੁੜੀ ਹੋਵੇ, ਨਾਲ ਮਾਸ ਆਵੇ, ਦਰਦ ਹੋਵੇ। ਅਨਿਆਲੇ ਤੀਰਾਂ ਦੀ ਤਰ੍ਹਾਂ ਮਹਾਰਾਜ ਨੇ ਪ੍ਰੇਮ ਦੀ ਐਸੀ ਸੱਟ ਮਾਰੀ ਹੈ ਕਿ ਹੁਣ ਅਸੀਂ ਕਿਤੇ ਜਾਣ ਜੋਗੇ ਨਹੀਂ ਰਹੇ, ਗੁਰੂ ਜੀ ਦੇ ਹੋ ਗਏ ਹਾਂ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਸੋ ਮੇਰੀ ਬੇਦਨ ਹਰ ਪ੍ਰਭ ਪੂਰਾ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਮੇਰੇ ਮਨ ਦੇ ਵਿੱਚ ਮਹਾਰਾਜ ਦੇ ਪ੍ਰੇਮ ਦੇ ਇਹੋ ਜਿਹੇ ਤੀਰ ਲੱਗੇ ਨੇ, ਜਿਸ ਕਰਕੇ ਅਸੀਂ ਮਹਾਰਾਜ ਦੇ ਹੋ ਗਏ ਹਾਂ। ਮਨ ਪ੍ਰੇਮ ਦੇ ਵਿੱਚ ਬੰਨਿਆ ਗਿਆ। ਜਿਸ ਤਰ੍ਹਾਂ ਮੋਹਿਨਾ ਤੇ ਸੋਹਿਨਾ ਦੋਵੇਂ ਪਤੀ ਸਤੀ ਕਲਗੀਧਰ ਜੀ ਦੇ ਪ੍ਰੇਮ 'ਚ ਬਿੰਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਨਾਮ ਹੀ ਕੀਤੇ, ਦਰਸ਼ਨ ਨਹੀਂ ਦਿੱਤੇ, ਫਿਰ ਵੀ ਮਾਲੀਆਂ ਨਾਲ ਲਾ ਕੇ ਸੇਵਾ ਕਰਦੇ ਰਹੇ। ਆਖਰ ਪਿਆਰ ਦੇ ਵਿੱਚ ਬੇਹੋਸ਼ ਹੋ ਕੇ ਡਿੱਗ ਪਏ ਤਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਹੋਸ਼ 'ਚ ਲਿਆ ਕੇ ਉਹਨਾਂ ਦੇ ਉੱਪਰ ਬਖਸ਼ਿਸ਼ਾਂ ਰਹਿਮਤਾਂ ਦੇ ਵਰ ਦਿੱਤੇ, ਤੋ ਕਿਰਪਾ ਦਾ ਮੀਂਹ ਵਰਸਾਇਆ। ਰਾਜਾ ਸ਼ਿਵਨਾਗ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦਾ ਪ੍ਰੇਮੀ ਹੋ ਕੇ ਜਦ ਵਿਛੋੜੇ ਨੂੰ ਨਾ ਸਹਾਰਦਾ ਬੇਹੋਸ਼ ਹੋ ਕੇ ਡਿੱਗ ਪਿਆ, ਤਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਤੇ ਉਹਨੂੰ ਹੋਸ਼ ਵਿੱਚ ਲਿਆ ਕੇ ਬਖਸ਼ਿਸ਼ਾਂ ਰਹਿਮਤਾਂ ਦਾ ਮੀਂਹ ਵਰਸਾ ਕੇ ਤੇ ਉਹਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ। ਜਿਸ ਧਰਮਸ਼ਾਲਾ ਦੇ ਵਿੱਚ ਉਹਦੀ ਭਾਵਨਾ ਸੀਗੀ ਕਿ ਮਹਾਰਾਜ ਦਾ ਨਿਵਾਸ ਹੋਵੇ, ਮਹਿਲਾਂ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਆਇਆ। ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ ਤੇ ਮੁਕਤੀ ਨੂੰ ਪ੍ਰਾਪਤ ਹੋਇਆ। ਇਉਂ ਦ੍ਰਿਸ਼ਟ ਧਾਰ ਮਨ ਵਿਦਿਆ ਪਿਆਰੇ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ,
ਉਹਨਾਂ ਦਾ ਮਨ ਵਾਹਿਗੁਰੂ ਦੇ ਪਿਆਰ ਵਿੱਚ ਬੰਨਿਆ ਗਿਆ ਹੈ। ਤੜੇ ਸਹਿਜ ਸੁਭਾਏ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ ਅਤੇ ਉਹ ਸੁਤੇ ਸਿੱਧ ਸੁਭਾਵਿਕ ਹੀ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਪਿਆਰੇ ਪਰਮੇਸ਼ਰ ਨਾਲ ਮਿਲ ਕੇ ਉਹਨਾਂ ਦੀ ਅੰਤਕਰਨ ਰੂਪੀ ਸੇਜਾ ਸ਼ੋਭਨੀਕ ਹੋ ਜਾਂਦੀ ਹੈ। ਆਨੰਦ ਮੰਗਲ ਗੁਣ ਗਾਏ ਔਰ ਉਹ ਆਨੰਦ ਸਰੂਪ ਦੇ ਮੰਗਲਾਂ ਦੇ ਗੁਣਾਂ ਨੂੰ ਗਾਇਨ ਕਰਦੇ ਰਹਿੰਦੇ, ਆਨੰਦ ਪ੍ਰਸੰਨ ਹੋ ਕੇ ਗੁਣ ਗਾਉਂਦੇ ਹਨ। ਸਖੀ ਸਹੇਲੀ ਰਾਮ ਰੰਗ ਰਾਤੀ ਜੋ ਸ਼ਰਧਾ ਵਾਲੀ ਸਖੀ ਤੇ ਭਗਤੀ ਵਾਲੀ ਸਹੇਲੀ ਰਮੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰੰਗੀ ਹੋਈ ਹੈ। ਮਾਨਤਾ ਨੀਚ ਪੁਜਾਏ ਉਹਦੇ ਮਨ ਹਿਰਦੇ ਤੇ ਤਨ ਸਰੀਰ ਦੀਆਂ ਸਭ ਇੱਛਾ ਪਰਮਾਤਮਾ ਨੇ ਪੂਰੀਆਂ ਕਰ ਦਿੱਤੀਆਂ ਹਨ। ਨਾਨਕ ਅਚਰਜ ਸਿਉ ਮਿਲਿਆ ਕਿਤੇ ਵੀ ਗੁਰਬਾਣੀ ਦੇ ਵਿੱਚ ਪਾਠ ਆਵੇ ਸਾਧ ਜਨਾਂ ਕੀ ਅਚਰਜ ਕਥਾ, ਜੋ ਸੰਪਰਦਾ ਦੀ ਸਿੱਖਿਆ ਸਾਨੂੰ ਮਿਲੀ ਹੈ ਉਹਦੇ ਵਿੱਚ ਉਹ ਕਹਿੰਦੇ ਅਚਰਜ ਨਹੀਂ ਬੋਲਣਾ, ਅਚਰਜ ਕਥਾ। ਪਰ ਇੱਥੇ ਦੋ ਜਗ੍ਹਾ ਤੇ ਬਿਲਾਵਲ ਰਾਗ ਦੇ ਵਿੱਚ ਜਿਹੜਾ ਸ਼ਬਦ ਤੁਸੀਂ ਪੰਕਤੀ ਸੁਣ ਰਹੇ ਹੋ, ਸਿੰਘ ਨੇ ਜਿਵੇਂ ਬੋਲਿਆ ਸਹੀ ਸੰਪਰਦਾਈ ਪਾਠ ਕੀਤਾ ਹੈ। ਇੱਥੇ ਅਚਰਜ ਹੀ ਬੋਲਣਾ ਹੈ, ਦੋਵੇਂ ਹੀ। ਬਾਕੀ ਅਚਰਜ ਹੈ ਆਮ ਜਿੱਥੇ ਵੀ ਅੱਖਰ ਆਉਂਦਾ, ਪਰ ਇੱਥੇ ਅਚਰਜ ਹੈ ਚਾਲ ਦੇ ਮੁਤਾਬਕ। ਸਤਿਗੁਰੂ ਜੀ ਕਥਨ ਕਰਦੇ ਨੇ ਨਾਨਕ ਅਚਰਜ ਸਿਉ ਮਿਲਿਆ, ਅਚਰਜ ਸਰੂਪ ਦੇ ਨਾਲ ਅਭੇਦ ਹੋਇਆ ਅਚਰਜ ਰੂਪੀ ਹੋ ਜਾਂਦਾ ਹੈ। ਇਸੇ ਪ੍ਰਕਾਰ ਨਾਨਕ ਅਚਰਜ ਸਿਉ ਮਿਲਿਆ ਅਚਰਜ ਰੂਪ ਤੁੰਗ ਪਦ ਲਾਖਰਤ ਅਚਰਜ ਰੂਪ ਤਤ ਪਦ ਲਾਖਰਤ ਨਾਲ ਮਿਲ ਜਾਂਦਾ। ਇਸੇ ਪ੍ਰਕਾਰ ਨਾਨਕ ਅਚਰਜ ਸਿਉ ਮਿਲਿਆ ਅਚਰਜ ਰੂਪ ਪਰਤਕ ਚੇਤਨ ਅਚਰਜ ਰੂਪ ਅਦਵੈਤ ਆਨੰਦ ਨਾਲ ਮਿਲ ਜਾਂਦਾ ਹੈ। ਇਸੇ ਪ੍ਰਕਾਰ ਨਾਨਕ ਅਚਰਜ ਸਿਉ ਮਿਲਿਆ ਉਹ ਅਚਰਜ ਰੂਪ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਅਚਰਜ ਰੂਪ ਪਰਮੇਸ਼ਰ ਨਾਲ ਮਿਲ ਜਾਂਦਾ ਹੈ। ਕਹਿਣਾ ਕਛੂ ਨਾ ਜਾਏ ਅਤੇ ਕੁਝ ਵੀ ਵੱਖਰਾ ਕਿਹਾ ਨਹੀਂ ਜਾਂਦਾ ਹੈ। ਰਾਗ ਬਿਲਾਵਲ ਮਹਲਾ ਪੰਜਵਾ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਦੇ ਵਿੱਚ ਕਿਰਪਾ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਹਨ। ਘਰ ਚੌਥਾ ਇਹ ਚੌਥੇ ਘਰ ਦੇ ਵਿੱਚ ਰਾਗੀਆਂ ਨੂੰ ਆਗਿਆ ਕਿ ਸ਼ਬਦ ਨੂੰ ਗਾਉਣਾ ਹੈ। ਇੱਕ ਓੰਕਾਰ ਬੰਦਿਆਂ ਵਰਗੇ ਬੰਦੇ ਨੇ, ਬੀਬੀਆਂ ਵਰਗੀਆਂ ਬੀਬੀਆਂ, ਪੰਛੀਆਂ ਵਰਗੇ ਪੰਛੀ, ਪਸ਼ੂਆਂ ਵਰਗੇ ਪਸ਼ੂ ਨੇ। ਹਰੇਕ 84 ਲੱਖ ਜੋਨ 'ਚ ਕਈ ਜੀਵ ਰੱਬ ਨੇ ਪੈਦਾ ਕੀਤੇ ਨੇ। ਘੋੜਿਆਂ ਵਰਗੇ ਘੋੜੇ ਨੇ, ਪਰ ਪਰਮਾਤਮਾ ਵਰਗਾ ਕੋਈ ਦੂਜਾ ਪਰਮਾਤਮਾ ਨਹੀਂ ਹੈ। ਉਹ ਇੱਕ ਹੈ, ਅਦੁੱਤੀ ਸਰੂਪ ਬ੍ਰਹਮ। ਉਹ ਅਹੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਾਡੀਆਂ ਅੱਖਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ। ਡਾਕਟਰ ਵੀ ਉਸੇ ਅੱਖ ਨੂੰ ਬਣਾ ਸਕਦੇ ਨੇ, ਤੇ ਜਿੱਥੇ ਵਾਹਿਗੁਰੂ ਦੀ ਜੋਤ ਕੰਮ ਕਰਦੀ ਹੈ। ਤੇ ਨਹੀਂ ਤਾਂ ਕਹਿ ਦਿੰਦੇ ਭਾਈ ਤੇਰੀ ਪਿਛਲੀ ਜੋਤ ਚਲੀ ਗਈ, ਤੇਰੀ ਲਾਈਟ ਖਤਮ ਹੋ ਗਈ ਹੈ, ਅੱਖ ਨਹੀਂ ਬਣਨੀ। ਉਹਦਾ ਕੋਈ ਟ੍ਰੀਟਮੈਂਟ ਨਹੀਂ ਹੁੰਦਾ। ਸੋ ਵਾਹਿਗੁਰੂ ਹੀ ਸਾਰਿਆਂ ਦਾ ਪ੍ਰਕਾਸ਼ਕ ਹੈ। ਜੇ ਕੋਈ ਕਹੇ ਵੀ ਸੂਰਜ ਤੋਂ ਲਾਈਟ ਮਿਲਦੀ ਹੈ, ਸੂਰਜ ਤਾਂ ਅੰਨਿਆਂ ਬੰਦਿਆਂ ਨੂੰ ਵੀ ਹੁੰਦਾ ਹੈ, ਉਹਨਾਂ ਨੂੰ ਕਿਉਂ ਨਹੀਂ ਦਿਖਦਾ? ਕਿਉਂਕਿ ਪਰਮਾਤਮਾ ਦੀ ਮੌਜ ਨਹੀਂ, ਉਹਨਾਂ ਦੇ ਵਿੱਚ ਜੋਤ ਹੀ ਨਹੀਂ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਾਹੀਂ ਹੀ ਐਸੇ ਵਾਹਿਗੁਰੂ ਦੀ ਸੋਝੀ ਹੁੰਦੀ ਹੈ। ਉਹਦੀ ਕਿਰਪਾ ਦੁਆਰਾ
ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਓੰਕਾਰ ਇੱਕ ਵਾਹਿਗੁਰੂ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤ ਗੁਰ ਪ੍ਰਸਾਦ ਸਤ ਹੈ, ਚਿਤ ਹੈ, ਆਨੰਦ ਰੂਪ ਹੈ। ਏਕ ਰੂਪ ਸਗਲੋ ਪਾਸਾਰਾ ਇੱਕੋ ਹੀ ਚੇਤਨ ਸਰੂਪ ਸਭਨਾਂ ਦੇ ਅੰਦਰ ਹੈ ਤੇ ਇੱਕ ਦਾ ਹੀ ਸੰਸਾਰ ਰੂਪ ਸਾਰਾ ਵਿਸਤਾਰ ਫੈਲਿਆ ਹੋਇਆ ਹੈ। ਆਪੇ ਬਨਜ ਆਪੇ ਬਿਹਾਰਾ ਉਹ ਆਪ ਹੀ ਨਾਮ ਦਾ ਵਪਾਰ ਰੂਪ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਨਾਮ ਦਾ ਜਪਣ ਜਪਾਉਣ ਰੂਪ ਵਪਾਰ ਕਰਨੇ ਵਾਲਾ ਹੈ। ਐਸੋ ਗਿਆਨ ਬਿਰਲੋਈ ਪਾਏ ਇਹ ਬ੍ਰਹਮ ਗਿਆਨ ਦੀ ਕਥਾ ਹੈ। ਅਜਿਹਾ ਗਿਆਨ ਕੋਈ ਟਾਵਾਂ ਟਾਵਾਂ ਪੁਰਖ ਹੀ ਪਾਉਂਦਾ ਹੈ। ਜਾਤ ਜਾਤ ਜਾਈਐ ਤਤ ਦ੍ਰਿਸ਼ਟਾਏ ਜੋ ਪਾ ਲੈਂਦਾ ਹੈ ਫਿਰ ਉਹ ਜਾਤ ਸਤ ਸੋ ਉਹਦੇ 'ਚ ਪਰਪੱਕ ਰਹਿ ਕੇ ਜਿੱਥੇ ਜਿੱਥੇ ਵੀ ਜਾਂਦਾ ਉੱਥੇ ਉੱਥੇ ਪਰਮੇਸ਼ਰ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਕਰੰਗ ਨਿਰਗੁਣੇ ਕਰੰਗਾ ਸਰਗੁਣ ਸਰੂਪ 'ਚ ਪਰਮੇਸ਼ਰ ਅਨੇਕਾਂ ਰੰਗਾਂ ਰੂਪਾਂ ਨੂੰ ਧਾਰਨ ਕਰਦਾ, ਪਰ ਨਿਰਗੁਣ ਸਰੂਪ 'ਚ ਇੱਕ ਰੰਗ ਵਾਲਾ ਅਦਵੈਤ ਸਰੂਪ ਕੇਵਲ ਆਪ ਹੀ ਰਹਿੰਦਾ ਹੈ। ਆਪੇ ਜਲ ਆਪ ਹੀ ਤਰੰਗਾ ਆਪ ਹੀ ਪਾਣੀ ਰੂਪ ਹੈ ਤੇ ਆਪ ਹੀ ਲਹਿਰ ਰੂਪ ਹੈ। ਆਪ ਹੀ ਪਾਣੀ ਦੀ ਤਰ੍ਹਾਂ ਚੇਤਨ ਈਸ਼ਰ ਰੂਪ ਹੈ, ਆਪ ਹੀ ਤਰੰਗਾਂ ਦੀ ਤਰ੍ਹਾਂ ਜੀਵ ਰੂਪ ਹੈ। ਆਪ ਹੀ ਗੁਰੂ ਗ੍ਰੰਥ ਸਾਹਿਬ ਬਾਣੀ ਰੂਪ ਸੋ ਜਲ ਹੋਇਆ ਹੈ ਤੇ ਆਪ ਹੀ ਸਿੱਖ ਰੂਪ ਲਹਿਰ ਵਿੱਚ ਉਤਪੰਨ ਕੀਤੀ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਪ ਹੈ। ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰੂਪ ਹੈ। ਆਪ ਹੀ ਗੁਰੂ ਘਰ ਹੈ ਤੇ ਆਪ ਹੀ ਟਹਿਲ ਕਰਨ ਵਾਲਾ ਸਿੱਖ ਰੂਪ ਹੈ। ਸਿੱਖ ਦਾ ਜਨਮ ਗੁਰੂ ਗ੍ਰੰਥ ਸਾਹਿਬ ਦੀ ਟਹਿਲ ਸੇਵਾ ਵਾਸਤੇ ਹੀ ਹੁੰਦਾ ਹੈ। ਆਪ ਹੀ ਪੁਜਾਰੀ ਆਪ ਹੀ ਦੇਵਾ ਆਪ ਹੀ ਪੂਜਾ ਕਰਨ ਵਾਲਾ ਪੁਜਾਰੀ ਹੈ ਤੇ ਆਪ ਹੀ ਪ੍ਰਤੱਖ ਚੇਤਨ ਰੂਪ ਦੇਵਤਾ ਹੈ। ਆਪ ਹੀ ਅਧਿਸ਼ਠਾਨ ਰੂਪ ਹੈ, ਆਪ ਹੀ ਸੇਵਨ ਨਿਸ਼ਚਾ ਰੂਪ ਹੈ। ਆਪ ਹੀ ਪੁਜਾਰੀ ਭਾਵ ਸਿੱਖ ਹੈ ਤੇ ਆਪ ਹੀ ਦੇਵਾ ਭਾਵ ਗੁਰੂ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਸਿੱਖ ਪੰਚਨ ਮੈਂ ਮੇਰੋ ਵਾਸਾ। ਕਲਗੀਧਰ ਜੀ ਦੇ ਬਚਨ ਨੇ। ਆਪ ਹੈ ਜੋਗ ਆਪ ਹੀ ਜੁਗਤਾ ਆਪ ਹੀ ਜੋਗ ਰੂਪ ਆਪ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਰੂਪੀ ਜੋਗ ਵੀ ਆਪ ਹੈ, ਜਾਂ ਆਪ ਹੀ ਭਗਤੀ ਜੋਗ ਰੂਪ ਹੈ ਤੇ ਆਪ ਹੀ ਇਹਦੇ ਵਿੱਚ ਜੁੜਿਆ ਹੋਇਆ ਹੈ, ਜਾਂ ਜੁੜਨ ਦੀਆਂ ਜੁਗਤੀਆਂ ਵੀ ਆਪ ਹੀ ਦੱਸਦਾ ਹੈ। ਜਦੋਂ ਵੀ ਸਿੱਖ ਦੀ ਆਤਮਾ ਉੱਚੀ ਉਡਾਰੀ ਮਾਰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਸਾਹਿਬ ਆਪ ਬਾਂਹ ਫੜ ਕੇ ਉਹਨੂੰ ਉੱਪਰ ਨੂੰ ਕਰਦੇ ਨੇ। ਆਪ ਹੀ ਬਾਣੀ ਪੜ੍ਹਾਉਣ ਵਾਲੇ ਨੇ, ਆਪ ਹੀ ਉੱਪਰ ਨੂੰ ਲਿਜਾ ਕੇ ਸੁਰਤੀ ਉੱਚੀ ਕਰਕੇ ਸੱਚਖੰਡ 'ਚ ਨਿਵਾਸ ਕਰਾਉਣ ਵਾਲੇ ਨੇ। ਵਾਹਿਗੁਰੂ ਨੇ ਹੀ ਗੁਰੂ ਨਾਨਕ ਰੂਪ ਧਾਰਿਆ, ਉਹੀ ਜੋਤ ਦਸਾਂ 'ਚ ਵਰਤੀ, ਉਹੀ ਹੁਣ ਬਾਣੀ ਦੇ ਵਿੱਚ ਹੈ। ਨਾਨਕ ਕੇ ਪ੍ਰਭ ਸਾਧਹੀ ਮੁਕਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦੇ ਪਰਮੇਸ਼ਰ ਹਮੇਸ਼ਾ ਹੀ ਮੁਕਤ ਸਰੂਪ ਹੋ। ਇਹ ਵਾਹਿਗੁਰੂ ਜਾਂ ਮੁਕਤੀ ਕਰਨ ਵਾਲੇ ਹੋ। ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਧੰਨ ਹੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਅੱਜ ਕੱਤਕ ਸੁਦੀ ਪੰਜਵੀਂ ਹੈ। ਕੱਤਕ ਸੁਦੀ ਦੂਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਕੇ ਹਜ਼ੂਰ ਸਾਹਿਬ ਕਲਗੀਧਰ ਜੀ ਨੇ 5 ਪੈਸੇ ਨਾਰੀਅਲ ਅਰਪਣ ਕਰਕੇ ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਗੁਰਬਖਸ਼ ਸਿੰਘ ਸ਼ਹੀਦ ਤੇ
बाबा हर सिंह जी, बाबा संतोख सिंह जी ते प्यारे धर्म सिंह नूं ताबिया खिलार के भाई मणि सिंह नूं चौर की सेवा ते ला के साहिबां नूं गुरता गद्दी अर्पण करके नमस्कार करके आग्ञा की। आज्ञा भई अकाल की, तभी चलायो पंथ, सब सिखन को हुक्म है। गुरु मान्यो ग्रंथ, गुरु ग्रंथ जी मान्यो, प्रगट गुरां की दे, जो प्रभ को मिलियो चाहे खोज शब्द में ले। ते अज गुरु साहब जी का ज्योति जोत समाउण गुरपुरब है, कतक सुदी पंजवीं नूं। 3 दिनों बाद महाराज ने तैयारी कर ली। जद जिथे तखत साहब शस्त्र सुभाईमान ने सिंह साहब ज्ञानी कुलवंत सिंह जी सेवा करते हैं, उत्थे गुरु साहब जी का अंगीठा तैयार सीगा। मर ने ढेर सारिया लकड़ा चंदन आदि दियाँ देसी घ्यो के पीपियां के पीपे पवा के खुद आप की तैयारी आप करवाई अते अगे कनात तनवा दी, ओला कर दिता। गुरु महाराज सच्चे पातशाह ने संगत नूं फतेह बुलाई। जद कनात विच प्रवेश करन लगे, सिंह भज के गए। बाबा हर सिंह जी ने पैरी हथ लाने का यतन किया। वो हथ झटका खा के जिवें हवा दे विच जांदा, इस तरह हथ लगा नहीं ते होर तरह होया। बाबा जी हैरान हो गए, कहते महाराज चरण देख रहे ने, सारी उम्र जिन्होंने चरणों की मौज माणी उन्होंने हथ क्यों नहीं लग रहा। महाराज कहते ये तो असीं एक कौतक किया है। धर्म चलावन संत उबारन, दुष्ट सबन को मूल उपारन, याही काज तरा हम जन्मंग, समझ ले हो साधु सम मनमंग। तो देखण आयो जगत तमाशा, जगत का तमाशा वेखण आए सी। सरगुण स्वरूप धारिया है, संतां भगतां की रखिया करके जंगा युद्धां द्वारा दुष्टां दा जुल्म का नाश करने लई, संतां नूं दर्शन देने लई ये शरीर धारे। वो मनोरथ हुण पूरा हो गया। तो असल दे विच असीं ये नहीं हाँ जो तुसीं सानूं देखिया है, असली साडा रूप कुछ होर है। कहंदे महाराज आप दे किन्ने क रूप ने? सतगुरु जी कहंदे मेरे 3 रूप ने। भाई नंद लाल जी भी उत्थे खड़े सारी गलबात गुरु साहब जी का उपदेश सुन रहे सी। ऐन सचखंड जाण का समा है। गुरु साहब कहन लगे 3 रूप हैं मोहे के, सुनो नंद चित लाए। गुरु जी का की अंतम उपदेश है कि हे गुर सिखो मेरा खैड़ा ना करियो। कई मूर्ख कहते अखे जी कल की अवतार कहावेंगे, हरजू हर मंदिर आवेंगे। वो गुरु गोबिंद सिंह वाल लाउंदे ने। कल की अवतार तो नेकलंक अवतार जिहड़ा 24वां होना वो विष्णु का होना, गुरु गोबिंद सिंह की थोड़ी उत्थे गल है। तो कई खुद महाराज का नाम लैके आखे जी आप महाराज का अवतार हाँ। एक मूर्ख जिहा नवा ही उठिया तो कहता भी जे बंदे का जन्म हो सकता भी गुरु नहीं आ सकता, पर दुनिया को कौन समझाए। सच्चे पातशाह जी ने सानू आग्ञा की है कि साढ़े 3 रूप हैं। असल दे विच ये रूप जिहड़े 10 तारे ने उहदा मनोरथ पूरा हो चुका है। ये तो बाद शरीर नहीं आऊगा। ये शब्द का रूप है। एक ज्योति रूप सारिया च रमिया होया। 3 रूप हैं मोहे के, सुनो नंद चित लाए। निर्गुण जिहड़ा ज्योति रूप है, सरगुण जिहड़े 10 पातशाहियों के दर्शन होए, ते गुर शब्द जो गुरु महाराज का प्रकाश साडे विच। शब्द साडे पास कहो तो ये समझाए। ये भाई नंद लाल जी तैनूं समझा के आखदे हाँ। कहंदे महाराज फिर भी साडा दिल घबरा रहा, जे तुहानूं वेखण नूं जी करे भी गुरु गोबिंद सिंह वेखना फिर की करिए जी। महाराज कहंदे भी गुरु ग्रंथ साहब नूं वेखो। तो महाराज कई जगह ते गुरु ग्रंथ साहब का स्वरूप अवेलेबल नहीं हुंदा, फिर की करिए। कहंदे 5 ਸਿੰਘਾਂ नूं वेखो। जे 5 ਸਿੰਘ भी ना मिलन फिर की करिए जी। महाराज कहंदे भी विच संगत हर प्रभ वसै जीओ, एक सिख 2 साध संग। संगत के रूप च 2 ही ਸਿੰਘਾਂ के दर्शन कर लो।
जे महाराज वो भी ना मिलन फिर कहते तू तो है ना। नहा धो के अमृत वेले तैयार पर तैयार सोहना दस्तारा सजा के ते शीशे च अपना मूँह वेख लियो, शीशे विचों तुहानूं मेरे दर्शन होणगे। गज के आखो सतनाम श्री वाहिगुरू। जे गल्लां करनों जी करे तो महाराज कहते भी हुक्मनामा लो, बाणी पढ़ो। ऐसी साहिबा ने बख्शिश की है। उपदेश गुरु महाराज सानू बचन सुना रहे ने, ऐसी भावना होनी चाहिए। जिहड़ी बेनती वाले शब्द ने वो असी अरदास कर रहे हैं। सो कलगीधर गुरु महाराज ने साध संगत जी वो शब्द दे लड़ लाया है। अमृत पान करन की आग्या की है। पीवो पाहुल खंडे तार, होवे जन्म सुहेला। इंज महाराज छोटी जी उम्र च बड़े बड़े महान कारज करके ते अज दे दिन हजूर साहब तख्त साहब वाले भामण स्थान दे कनात दे विच प्रवेश करके ते चिखा ते विराजमान हो गए। ते उधरों घोड़ा लोप कर लिया, सनदेह सचखंड नूं चले गए। वो पता तां लगा, महाराज ने आख्या सी चिखा नहीं फरोलनी, पर जद सिंघां ने चिखा फरोली विचों कोई फुल नहीं निकलिया, यानी कोई हड्डी नहीं मिली। एक छोटी कृपान केसां च सजाउण वाली वो गुरु जी छड्ड गए। वड्डी कृपान ते घोड़ा वो महाराज आपदे नाल ही सचखंड लै गए। अजे भी तबेला गुरु के घोड़ियां की याद विच उत्थे सुशोभित है। सो महाराज दे शास्त्र ने गुरु साहब की कृपा होवे। साहिबां दे गुरपुरब तो असी शिक्षा लैके अमृतधारी होईए, गुरु ग्रंथ साहब की लड़ लगीए, जिस करके महाराज जी साडे उपर भी कृपा होवे जी। भुल चुक माफ़ करनी, अगे तो समत बख्शनी। आप है जोग आप ही जुगता, नानक के प्रभ सद ही मुक्ता। वाहिगुरु जी का खालसा, वाहिगुरु जी की फतेह।